ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਪੀਪਾ ਜੀ। ਭਗਤ ਪੀਪਾ ਜੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਪੰਨਾ 695 ਉੱਪਰ ਵਿਰਾਜਮਾਨ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਤ ਪਾਈ, ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ ਰਹਾਓ। ਜੋ ਬ੍ਰਹਮਿੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਖਾਵੈ। ਭਗਤ ਪੀਪਾ ਜੀ ਦਾ ਸੰਖੇਪ ਜੀਵਨ ਬਿਵਰਾ ਇਸ ਪ੍ਰਕਾਰ ਹੈ। ਆਪ ਜੀ ਦੇ ਮਾਤਾ ਪਿਤਾ ਦਾ ਨਾਮ ਉਪਲਬਧ ਨਹੀਂ ਹੈ। ਆਪ ਜੀ ਦੀ ਸੁਪਤਨੀ ਦਾ ਨਾਮ ਸੀਤਾ ਜੀ ਸੀ। ਜਨਮ ਸਥਾਨ ਗਗਰੌਨ ਪਿੰਡ ਪਾਟਨ ਰਾਜਸਥਾਨ ਕੋਟਾ ਦੇ ਨਜ਼ਦੀਕ, ਉੱਥੇ ਆਪ ਜੀ ਦਾ ਜਨਮ ਹੋਇਆ। 1426 ਈਸਵੀ ਵਿੱਚ ਆਪ ਜੀ ਦਾ ਜਨਮ ਮੰਨਿਆ ਜਾਂਦਾ ਹੈ। ਜੋਧਪੁਰ ਦੇ ਨਜ਼ਦੀਕ ਪਾਟਨ ਦੇ ਸਥਾਨ ਤੇ ਇਹਨਾਂ ਨੇ ਪ੍ਰਭੂ ਪ੍ਰੇਮਾ ਭਗਤੀ ਕੀਤੀ। ਗੁਰੂ ਦੀਖਿਆ ਸਵਾਮੀ ਰਾਮਾਨੰਦ ਜੀ ਪਾਸੋਂ ਲਈ ਅਤੇ ਇਹ ਰਾਜ ਪ੍ਰਬੰਧ ਚਲਾਇਆ ਕਰਦੇ ਸਨ, ਭਾਵ ਰਾਜਾ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹਨਾਂ ਦਾ ਇੱਕ ਸ਼ਬਦ ਜੋ ਆਪਾਂ ਵਾਚ ਚੁੱਕੇ ਹਾਂ ਪੰਨਾ 695 ਉੱਪਰ ਬਿਰਾਜਮਾਨ ਹੈ। ਆਪ ਜੀ ਦੀ ਹੋਰ ਵੀ ਰਚਨਾ ਮਿਲਦੀ ਹੈ ਜੋ ਬਾਣੀ ਸ੍ਰੀ ਪੀਪਾ ਜੀ ਅਤੇ ਸਰਬ ਗੁਟਕਾ ਦੇ ਗ੍ਰੰਥਾਂ ਦੇ ਰੂਪ ਵਿੱਚ ਉਪਲਬਧ ਹੈ। ਆਪ ਦੀ ਯਾਦਗਾਰ ਵਿੱਚ ਦਵਾਰਕਾ ਵਿੱਚ ਪੀਪਾ ਵੱਟ ਅਸਥਾਨ ਬਣਿਆ ਹੋਇਆ ਹੈ। 136 ਸਾਲ ਦੀ ਕੁੱਲ ਆਰਜੂ ਭੋਗ ਕੇ 1562 ਈਸਵੀ ਵਿੱਚ ਆਪ ਪਰਲੋਕ ਗਮਨ ਕਰ ਗਏ। ਮਾਇਆ ਦੀ ਬਹੁਲਤਾ ਤੇ ਰਾਜਸੀ ਮਦ ਵਿੱਚ ਪੀਪਾ ਜੀ ਨੇ 12 ਵਿਆਹ ਕਰਵਾਏ। ਸਭ ਰਾਣੀਆਂ ਵਿੱਚੋਂ ਸੀਤਾ ਨਾਮੀ ਰਾਣੀ ਨਾਲ ਪੀਪਾ ਜੀ ਦਾ ਅਥਾਹ ਪਿਆਰ ਸੀ। ਮਹਾਤਮਾ ਦੀ ਮੰਡਲੀ ਦੀ ਸੰਗਤ ਨੇ ਪੀਪਾ ਜੀ ਨੂੰ ਵਿਸ਼ੇ ਵਿਕਾਰਾਂ ਵਿੱਚੋਂ ਕੱਢ ਕੇ ਪ੍ਰਭੂ ਪਿਆਰ ਦੀ ਲਗਨ ਲਾਈ। ਪੀਪਾ ਜੀ ਗਗਰੌਨ ਇਲਾਕੇ ਦੇ ਰਾਜੇ ਸਨ। ਚੜ੍ਹਦੀ ਉਮਰ ਵਿੱਚ ਸਨ ਕਿ ਪਿਤਾ ਜੀ ਚੜ੍ਹਾਈ ਕਰ ਗਏ। ਭਰ ਜਵਾਨੀ ਵਿੱਚ ਆਪ ਜੀ ਨੂੰ ਰਾਜ ਭਾਗ ਮਿਲ ਗਿਆ ਅਤੇ ਰਾਜ ਭਾਗ ਦੀ ਪ੍ਰਭਤਾ ਅਤੇ ਜਵਾਨੀ ਸਮੇਂ ਇਹ ਰਾਜ ਲੀਲਾ ਵਿੱਚ ਕਾਫੀ ਮਸਤ ਰਹੇ। ਕਦੀ ਕਦੀ ਪੀਪਾ ਜੀ ਦੁਰਗਾ ਦੇਵੀ ਦੀ ਪੂਜਾ ਕਰਨ ਜਾਂਦੇ ਸਨ। ਇੱਕ ਦਿਨ ਸ਼ਹਿਰ ਵਿੱਚ ਵੈਸ਼ਨਵ ਸਾਧੂਆਂ ਦੀ ਮੰਡਲੀ ਆਈ। ਉਹਨਾਂ ਰਾਮ ਨਾਮ ਦਾ ਭਜਨ ਕੀਰਤਨ ਬਹੁਤ ਹੀ ਰਸੀਲੀ ਜ਼ੁਬਾਨ ਵਿੱਚ ਪ੍ਰੇਮ ਨਾਲ ਕੀਤਾ। ਸਾਧੂਆਂ ਦੀ ਉਪਮਾ ਰਾਜੇ ਅਤੇ ਰਾਣੀਆਂ ਨੇ ਵੀ ਸੁਣੀ। ਪ੍ਰਭੂ ਕਿਰਪਾ ਨਾਲ ਰਾਜੇ ਨੇ ਆਪਣੇ ਮਹਿਲਾਂ ਵਿੱਚ ਉਹਨਾਂ ਮਹਾਤਮਾਵਾਂ ਦੇ ਚਰਨ ਪਾਉਣੇ ਅਤੇ ਲੰਗਰ ਛਕਾਉਣੇ ਕੀਤੇ। ਰਾਜੇ ਅਤੇ ਰਾਣੀਆਂ ਦੇ ਪ੍ਰੇਮ, ਸ਼ਰਧਾ, ਸੇਵਾ ਅਤੇ ਭਗਤੀ ਭਾਵ ਨੂੰ ਦੇਖ ਕੇ ਮਹਾਤਮਾ ਬਹੁਤ ਪ੍ਰਸੰਨ ਹੋਏ। ਇਹ ਮਹਾਤਮਾ ਸਵਾਮੀ ਰਾਮਾਨੰਦ ਜੀ ਦੇ ਸੇਵਕ ਸਨ। ਉਹਨਾਂ ਰਾਜੇ ਨੂੰ ਦੁਰਗਾ ਦੀ ਥਾਂ ਪ੍ਰਭੂ ਦੀ ਭਗਤੀ ਕਰਨ ਲਈ ਪ੍ਰੇਰਨਾ ਦਿੱਤੀ। ਉਹਨਾਂ ਮਹਾਤਮਾਵਾਂ ਦੀ ਕਿਰਪਾ ਨਾਲ ਹੀ ਰਾਜੇ ਨੂੰ ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਮਿਲਿਆ। ਕਹਿੰਦੇ ਹਨ ਕਿ ਸੁਪਨੇ ਵਿੱਚ ਰਾਜੇ ਨੇ ਜਮਾਂ ਦੀਆਂ ਸਖਤ ਸਜ਼ਾਵਾਂ ਨੂੰ ਵੇਖ ਕੇ ਰਾਣੀਆਂ ਦੇ ਮੋਹ ਤੋਂ ਛੁਟਕਾਰਾ ਪਾਇਆ। ਦੁਰਗਾ ਨੇ ਵੀ ਸੁਪਨੇ ਵਿੱਚ ਸਪਸ਼ਟ ਕਰ ਦਿੱਤਾ ਕਿ ਇਹ ਰਾਜਨ ਮੁਕਤੀ ਦੇ ਦਾਤੇ ਕੇਵਲ ਤੇ ਕੇਵਲ ਪ੍ਰਭੂ ਜੀ ਹਨ। ਉਸ ਦਿਨ ਤੋਂ ਰਾਜੇ ਨੇ ਦੁਰਗਾ ਦੀ ਉਪਾਸਨਾ, ਦੁਰਗਾ ਦੀ ਪੂਜਾ ਤਿਆਗ ਕੇ ਪ੍ਰਭੂ ਭਗਤੀ ਵਿੱਚ ਲੀਨ ਹੋਣਾ ਆਰੰਭ ਕਰ ਦਿੱਤਾ। ਮਹਾਤਮਾਵਾਂ ਦੇ ਪ੍ਰਭਾਵ ਨਾਲ ਰਾਜਾ ਪੀਪਾ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਿਆ ਅਤੇ ਘੋੜੇ, ਰਥ, ਰਾਣੀਆਂ, ਕੁਝ ਪ੍ਰੇਮੀ ਹੋਰ ਨਾਲ ਲੈ ਕੇ ਕਾਂਚੀ ਪੁੱਜ ਗਏ। ਸ਼ਹਿਰ ਵਿੱਚ ਨਵੇਕਲੀ ਇਕਾਂਤ ਥਾਂ ਤੇ ਉਤਾਰਾ ਕੀਤਾ। ਤੰਬੂ, ਕਨਾਤਾਂ, ਸ਼ਾਮਿਆਨੇ ਲਗਾ ਕੇ ਉੱਥੇ ਟਿਕਾਣਾ ਕਰ ਲਿਆ ਅਤੇ ਰਾਮਾਨੰਦ ਜੀ ਨੂੰ ਬੇਨਤੀ ਭੇਜ ਦਿੱਤੀ ਕਿ ਗਗਰੌਨ ਦਾ ਰਾਜਾ ਪੀਪਾ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹੈ। ਉਧਰ ਰਾਮਾਨੰਦ ਜੀ ਨੇ ਵੀ ਵਾਪਸ ਸੁਨੇਹਾ ਭੇਜਿਆ ਕਿ ਹੇ ਰਾਜਨ, ਜਿੱਥੇ ਆਪ ਪੁੱਜਣਾ ਚਾਹੁੰਦੇ ਹੋ ਉੱਥੇ ਤਾਂ ਮਨੁੱਖਾ ਦੇਹ ਵੀ ਨਹੀਂ ਜਾਂਦੀ। ਆਪ ਉਸ ਨੂੰ ਗੁਰੂ ਧਾਰਨ ਕਰੋ, ਉਸ ਦੇ ਚੇਲੇ ਬਣੋ ਜਿਹੜਾ ਤੁਹਾਡੇ ਵਾਂਗ ਲਸ਼ਕਰ, ਘੋੜੇ, ਫੌਜਾਂ ਆਦਿ ਦਾ ਮਾਲਕ ਹੋਵੇ। ਰਾਮਾਨੰਦ ਜੀ ਦਾ ਹੁਕਮ ਸੁਣਦੇ ਸਾਰ ਰਾਜੇ ਨੇ ਸੇਵਕਾਂ, ਰਾਣੀਆਂ, ਅਮੀਰ ਵਜ਼ੀਰਾਂ ਨੂੰ ਵਾਪਸ ਭੇਜ ਦਿੱਤਾ ਅਤੇ ਆਪ ਇਕੱਲਾ ਹੀ ਰਾਮਾਨੰਦ ਜੀ ਦੇ ਦਰਸ਼ਨਾਂ ਵਾਸਤੇ ਉਹਨਾਂ ਦੇ ਨਿਵਾਸ ਸਥਾਨ ਤੇ ਪੁੱਜ ਗਿਆ। ਰਾਮਾਨੰਦ ਜੀ ਦੇ ਦਰਸ਼ਨ ਹੋਣ ਤੋਂ ਪਹਿਲਾਂ ਹੀ ਰਾਮਾਨੰਦ ਜੀ ਨੇ ਆਪਣੇ ਸੇਵਕਾਂ ਦੁਆਰਾ ਸੁਨੇਹਾ ਭੇਜ ਦਿੱਤਾ ਕਿ ਅਜੇ ਮਿਲਣ ਦਾ ਸਮਾਂ ਨਹੀਂ।
ਜੱਗ ਹੋ ਰਿਹਾ ਸੀ। ਸੰਗਤਾਂ ਲੰਗਰ ਛਕ ਕੇ ਪੱਤਲਾਂ ਇੱਕ ਪਾਸੇ ਸੁੱਟਦੀਆਂ ਸਨ। ਉਧਰ ਹੀ ਰਾਜਾ ਪੀਪਾ ਰਾਮਾਨੰਦ ਜੀ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ। ਜੱਗ ਸੰਪੂਰਨ ਹੋਣ ਉਪਰੰਤ ਰਾਮਾਨੰਦ ਜੀ ਨੇ ਪੀਪਾ ਜੀ ਬਾਬਤ ਪੁੱਛਿਆ। ਤਦ ਸੇਵਕਾਂ ਨੇ ਪੀਪਾ ਜੀ ਨੂੰ ਲੱਭਦਿਆਂ ਲੱਭਦਿਆਂ ਉਹਨਾਂ ਪੱਤਲਾਂ ਦੇ ਢੇਰ ਹੇਠੋਂ ਨੇਤਰ ਬੰਦ ਹੋਏ ਹੱਥ ਜੋੜੀ ਬੜੀ ਆਜ਼ਜੀ ਵਿੱਚ ਖੜੇ ਪੀਪਾ ਜੀ ਨੂੰ ਉੱਥੋਂ ਪੱਤਲਾਂ ਦੇ ਥੱਲਿਓਂ ਕੱਢਿਆ। ਜਦੋਂ ਸੇਵਕਾਂ ਪਾਸ ਦੁਬਾਰਾ ਦਰਸ਼ਨਾਂ ਅਤੇ ਗੁਰੂ ਦੀਖਿਆ ਵਾਸਤੇ ਪੀਪਾ ਜੀ ਨੇ ਸੁਨੇਹਾ ਘੱਲਿਆ ਤਾਂ ਰਾਮਾਨੰਦ ਜੀ ਨੇ ਆਖਿਆ ਕਿ ਰਾਜੇ ਨੂੰ ਆਖੋ ਕਿ ਜੇਕਰ ਬਹੁਤ ਕਾਹਲਾ ਹੈ ਤਾਂ ਖੂਹ ਵਿੱਚ ਛਾਲ ਮਾਰ ਦੇ। ਜਦੋਂ ਪੱਤਲਾਂ ਹੇਠੋਂ ਹੱਥ ਜੋੜੀ ਅੱਖਾਂ ਬੰਦ ਕੀਤੀ ਬੜੀ ਆਜਜੀ ਵਿੱਚ ਖੜੇ ਹੋਏ ਰਾਜੇ ਨੂੰ ਸੇਵਕਾਂ ਨੇ ਕੱਢਿਆ, ਤਦ ਉਸੇ ਵੇਲੇ ਪੀਪਾ ਜੀ ਨੇ ਫਿਰ ਰਾਮਾਨੰਦ ਜੀ ਦੇ ਚਰਨਾਂ ਵਿੱਚ ਉਹਨਾਂ ਸੇਵਕਾਂ ਦੁਆਰਾ ਬੇਨਤੀ ਭੇਜੀ ਕਿ ਮੈਨੂੰ ਆਪਣਾ ਸ਼ਿਸ਼ ਬਣਾ ਲਵੋ। ਤੇ ਜਵਾਬ ਵਿੱਚ ਭਗਤ ਰਾਮਾਨੰਦ ਜੀ ਨੇ ਆਖਿਆ ਕਿ ਰਾਜੇ ਨੂੰ ਆਖੋ ਜੇਕਰ ਇੰਨਾ ਹੀ ਕਾਹਲਾ ਹੈ ਤਾਂ ਜਾ ਕੇ ਖੂਹ ਵਿੱਚ ਛਾਲ ਮਾਰ ਦੇ। ਪੀਪਾ ਜੀ ਨੇ ਮਨ ਨਾਲ ਵਿਚਾਰਿਆ ਕਿ ਜੇ ਗੁਰੂ ਦੀਖਿਆ ਇਸ ਮੁੱਲ ਤੇ ਵੀ ਮਿਲ ਜਾਵੇ ਤਾਂ ਬਹੁਤੀ ਮਹਿੰਗੀ ਨਹੀਂ। ਉਹਨਾਂ ਤੁਰੰਤ ਨੇੜੇ ਹੀ ਰਾਮਾਨੰਦ ਜੀ ਦੇ ਡੇਰੇ ਵਾਲੇ ਖੂਹ ਵਿੱਚ ਛਾਲ ਮਾਰ ਦਿੱਤੀ। ਰਾਮਾਨੰਦ ਜੀ ਨੇ ਇੱਕਦਮ ਚੇਲਿਆਂ ਸਮੇਤ ਖੂਹ ਤੇ ਪੁੱਜ ਕੇ ਪੀਪਾ ਜੀ ਨੂੰ ਖੂਹ ਵਿੱਚੋਂ ਕੱਢਿਆ, ਪਿਆਰ ਨਾਲ ਗਲ ਲਾਇਆ, ਗੁਰੂ ਦੀਖਿਆ ਦੇ ਕੇ ਆਪਣਾ ਸਿੱਖ ਬਣਾਇਆ। ਕੁਝ ਸਮਾਂ ਰਾਜਾ ਜੀ ਆਪਣੇ ਗੁਰੂ ਪਾਸ ਠਹਿਰੇ। ਪਿੱਛੋਂ ਰਾਮਾਨੰਦ ਜੀ ਦੇ ਹੁਕਮ ਅਨੁਸਾਰ ਆਪਣੇ ਨਗਰ ਗਗਰੌਨ ਪੁੱਜ ਗਏ। ਰਾਜ ਮਹਿਲਾਂ ਵਿੱਚ ਰਹੇ ਪਰ ਜੀਵਨ ਵਿੱਚ ਪਲਟਾ ਆ ਚੁੱਕਾ ਸੀ। ਉਹ ਰਾਣੀਆਂ ਜਿਹੜੀਆਂ ਪਹਿਲਾਂ ਵਿਸ਼ੇ ਵਾਸ਼ਨਾ ਵਿੱਚ ਮੱਤੀਆਂ ਰੰਗ ਰਲੀਆਂ ਮੰਨਦੀਆਂ ਸਨ, ਹੁਣ ਸਭਨਾਂ ਦੇ ਹੱਥ ਵਿੱਚ ਖੜਤਾਲਾਂ ਸਨ। ਮਨ ਵਿੱਚ ਵਿਸ਼ੇ ਵਿਕਾਰਾਂ ਦੀ ਥਾਂ ਪ੍ਰਭੂ ਜੀ ਦਾ ਸਿਮਰਨ ਕਰਕੇ ਸਵੇਰੇ ਸ਼ਾਮ ਹਰ ਰੋਜ਼ ਹਰੀ ਜਸ ਕਰਦੀਆਂ ਅਤੇ ਇਸ ਤਰ੍ਹਾਂ ਪਰਮੇਸ਼ਰ ਦੀ ਭਗਤੀ ਵਿੱਚ ਸਮਾਂ ਬਤੀਤ ਹੋਣ ਲੱਗਾ। ਮਹਾਤਮਾਵਾਂ ਦੀਆਂ ਭਜਨ ਮੰਡਲੀਆਂ ਆਉਂਦੀਆਂ, ਪ੍ਰਭੂ ਜੀ ਦੇ ਗੁਣ ਗਾਏ ਜਾਂਦੇ। ਇਵੇਂ ਰਾਜਾ ਵੀ ਸਮੇਤ ਪਰਿਵਾਰ ਪ੍ਰਭੂ ਜਸ ਕਰਦਾ ਰਹਿੰਦਾ। ਦਿਨ ਬਾ ਦਿਨ ਰਾਮਾਨੰਦ ਜੀ ਦੇ ਦਰਸ਼ਨਾਂ ਦੀ ਤੜਪ ਹਿਰਦੇ ਵਿੱਚ ਵੱਧਦੀ ਗਈ। ਬੇਬਲ ਹੋ ਕੇ ਪੀਪਾ ਜੀ ਨੇ ਇੱਕ ਦਿਨ ਇੱਕ ਮੰਤਰੀ ਪਾਸ ਭਗਤ ਰਾਮਾਨੰਦ ਜੀ ਦੇ ਚਰਨਾਂ ਵਿੱਚ ਦਰਸ਼ਨ ਦੇਣ ਲਈ ਬੇਨਤੀ ਭੇਜੀ। ਰਾਮਾਨੰਦ ਜੀ ਨੇ ਭਗਤ ਪੀਪਾ ਜੀ ਦੀ ਦਿਲੀ ਤੜਪ ਨੂੰ ਅਨੁਭਵ ਦੁਆਰਾ ਜਾਂਚ ਲਿਆ ਅਤੇ ਕਬੀਰ ਜੀ, ਰਵਿਦਾਸ ਜੀ ਅਤੇ ਹੋਰ ਸਿਸ਼ਾਂ ਨੂੰ ਨਾਲ ਲੈ ਕੇ ਗਗਰਾਉਨ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਆ ਡੇਰਾ ਲਾਇਆ ਅਤੇ ਰਾਜੇ ਨੂੰ ਆਪਣੇ ਆਉਣ ਦਾ ਸੁਨੇਹਾ ਭੇਜ ਦਿੱਤਾ। ਰਾਜੇ ਨੇ ਆਪਣੇ ਦਰਬਾਰੀਆਂ ਸਮੇਤ ਨਗਰ ਤੋਂ ਬਾਹਰ ਆ ਕੇ ਰਾਮਾਨੰਦ ਜੀ ਦਾ ਸਵਾਗਤ ਕੀਤਾ ਅਤੇ ਬੜੇ ਅਦਬ ਸਤਿਕਾਰ ਨਾਲ ਮਹਿਲਾਂ ਵਿੱਚ ਨਿਵਾਸ ਕਰਵਾਇਆ। ਪੀਪਾ ਜੀ ਦਾ ਮਨ ਖੁਸ਼ੀ ਵਿੱਚ ਫੁੱਲਾਂ ਨਾ ਸਮਾਵੇ ਅਤੇ ਲਗਾਤਾਰ ਕਈ ਦਿਨ ਰਾਮਾਨੰਦ ਜੀ ਦੀ ਅਤ ਪਿਆਰ ਨਾਲ ਸਤਿਕਾਰ ਨਾਲ ਸੇਵਾ ਕੀਤੀ। ਰਾਮਾਨੰਦ ਜੀ ਕੁਝ ਹੀ ਦਿਨ ਠਹਿਰੇ ਅਤੇ ਤਤ ਗਿਆਨ ਦਾ ਉਪਦੇਸ਼ ਦ੍ਰਿੜ ਕਰਵਾਇਆ। ਪੀਪਾ ਜੀ ਨੂੰ ਰਾਮ ਨਾਮ ਦੀ ਰੰਗਣ ਹੋਰ ਵੀ ਦੂਣ ਸਵਾਈ ਚੜ ਗਈ। ਇਸ ਵੈਰਾਗ ਵਿੱਚ ਪੀਪਾ ਜੀ ਨੇ ਰਾਜ ਭਾਗ ਤਿਆਗ ਕੇ ਸੰਨਿਆਸ ਧਾਰਨ ਕਰਨ ਦਾ ਆਪਣਾ ਦ੍ਰਿੜ ਸੰਕਲਪ ਆਪਣੇ ਗੁਰਦੇਵ ਰਾਮਾਨੰਦ ਜੀ ਦੇ ਪਾਸ ਪ੍ਰਗਟ ਕੀਤਾ। ਰਾਮਾਨੰਦ ਜੀ ਨੇ ਇਸ ਦੀ ਆਗਿਆ ਦੇ ਦਿੱਤੀ। ਪੀਪਾ ਜੀ ਦੇ ਰਾਜ ਭਾਗ ਤਿਆਗਣ ਦਾ ਜਦ ਰਾਣੀਆਂ ਤੇ ਨਗਰ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਬਹੁਤ ਮਿੰਨਤਾਂ ਤਰਲੇ ਕੀਤੇ। ਰਾਮਾਨੰਦ ਜੀ ਨੇ ਰਾਣੀਆਂ ਨੂੰ ਆਖਿਆ ਕਿ ਜੇਕਰ ਤੁਸੀਂ ਰਾਜੇ ਨਾਲ ਜਾਣਾ ਚਾਹੁੰਦੀਆਂ ਹੋ ਤਾਂ ਗਲ ਵਿੱਚ ਖਿੰਥਾ ਅਤੇ ਸਾਧੂਆਂ ਵਾਲੇ ਕੱਪੜੇ ਪਹਿਨ ਲਵੋ। ਬਾਕੀ ਰਾਣੀਆਂ ਨੇ ਬਸਤਰ ਨਾ ਬਦਲੇ, ਸਿਰਫ ਛੋਟੀ ਰਾਣੀ ਸੀਤਾ ਨੇ ਖਿੰਥਾ ਪਹਿਨ ਲਈ। ਸੋ ਸੀਤਾ ਜੀ ਨੂੰ ਪੀਪਾ ਭਗਤ ਜੀ ਦੇ ਨਾਲ ਜਾਣ ਦੀ ਆਗਿਆ ਗੁਰਦੇਵ ਰਾਮਾਨੰਦ ਨੇ ਦੇ ਦਿੱਤੀ। ਕਾਂਚੀ ਪੁੱਜ ਕੇ ਰਾਮਾਨੰਦ ਜੀ ਪਾਸੋਂ ਭਗਤ ਪੀਪਾ ਜੀ ਨੇ ਪ੍ਰਭੂ ਜੀ ਦੇ ਨਿਜ ਅਸਥਾਨ ਬਾਬਤ ਪੁੱਛਿਆ। ਰਾਮਾਨੰਦ ਜੀ ਨੇ ਵਿਚਾਰ ਕੀਤੀ ਕਿ ਪੀਪਾ ਜੀ ਨੂੰ ਦੁਰਗਾ ਮੂਰਤੀ ਉਪਾਸਨਾ ਕਾਰਨ ਸਰਗੁਣ ਉਪਾਸਨਾ ਦੀ ਲਾਲਸਾ ਜ਼ਿਆਦਾ ਹੈ। ਸੋ ਉਹਨਾਂ ਪੀਪਾ ਜੀ ਨੂੰ ਦਵਾਰਕਾ ਭੇਜ ਦਿੱਤਾ। ਦੋਵੇਂ ਦਵਾਰਕਾ ਨੇੜੇ ਸਮੁੰਦਰ ਕੰਢੇ ਪੁੱਜ ਗਏ। ਸਮੁੰਦਰ ਕਿਨਾਰੇ ਬੈਠੇ ਇੱਕ ਬ੍ਰਾਹਮਣ ਪਾਸੋਂ ਦਵਾਰਕਾ ਬਾਬਤ ਜਦ ਪੀਪਾ ਜੀ ਨੇ ਪੁੱਛਿਆ ਤਾਂ ਉਸਨੇ ਮਖੌਲ ਵਜੋਂ ਆਖ ਦਿੱਤਾ ਕਿ ਦਵਾਰਕਾ ਸਮੁੰਦਰ ਦੇ ਵਿੱਚ ਹੈ। ਭਗਤ ਪੀਪਾ ਜੀ ਨੇ ਆਪਣੀ ਸੁਪਤਨੀ ਸੀਤਾ ਸਮੇਤ ਤੁਰੰਤ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਲੋਕਾਂ ਨੇ ਬ੍ਰਾਹਮਣ ਨੂੰ ਬਹੁਤ ਫਟਕਾਰਾਂ ਪਾਈਆਂ। ਉਹਨਾਂ ਸਮਝਾਇਆ ਕਿ ਪੀਪਾ ਜੀ ਅਤੇ ਸੀਤਾ ਜੀ ਸਮੁੰਦਰ ਵਿੱਚ ਹੀ ਡੁੱਬ ਗਏ ਨੇ, ਪਰ ਭਗਤ ਵਸ਼ਲ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਭਗਤ ਅਤੇ ਸੀਤਾ ਜੀ ਨੂੰ ਦਵਾਰਕਾ ਪਹੁੰਚਾ ਦਿੱਤਾ। ਦੋਨਾਂ ਨੇ ਸਾਖਿਆਤ ਪ੍ਰਤੱਖ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕੀਤੇ। ਭਗਤ ਪੀਪਾ ਜੀ ਨੂੰ ਸਰਗੁਣ ਉਪਾਸਨਾ ਦੀ ਭਾਵਨਾ ਅਧੀਨ
ਮਨੁੱਖੀ ਸਰੀਰ ਵਿੱਚ ਭਗਵਾਨ ਜੀ ਦੇ ਦਰਸ਼ਨ ਕਰਨ ਦੀ ਇੱਛਾ ਸੀ। ਭਗਵਾਨ ਜੀ ਨੇ ਪੀਪਾ ਜੀ ਦੇ ਇਸ ਸੰਸ਼ੇ ਨੂੰ ਨਿਵਰਤ ਕਰਨ ਵਾਸਤੇ ਆਪਣੇ ਨਿਜ ਅਸਥਾਨ ਮਹਾਤਮਾ ਦੇ ਨੇਤਰ, ਰਸਨਾ, ਹਿਰਦਾ ਅਤੇ ਚਰਨਾਂ ਵਿੱਚ ਦੱਸਣਾ ਕੀਤਾ। ਸਪਸ਼ਟ ਕਰਦਿਆਂ ਆਖਿਆ ਕਿ ਮਹਾਤਮਾ ਦੀ ਦ੍ਰਿਸ਼ਟੀ ਵਿੱਚ ਦਵੈਤ ਭਾਵ, ਦੂਜਾ ਭਾਵ ਨਹੀਂ ਹੁੰਦਾ। ਜਿਸ ਉੱਪਰ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹਨ ਨਿਹਾਲ ਕਰ ਦਿੰਦੇ ਹਨ, ਅਤੇ ਜਦੋਂ ਕ੍ਰੋਧ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਂ ਭਸਮ ਕਰ ਦਿੰਦੇ ਹਨ। ਰਸਨਾ ਦੁਆਰਾ ਜੋ ਬੋਲਦੇ ਹਨ ਸਤ ਹੁੰਦਾ ਹੈ। ਜਿਸ ਨੂੰ ਵਰ ਦਿੰਦੇ ਹਨ ਧਰਮ, ਅਰਥ, ਕਾਮ, ਮੋਖ ਨਾਲ ਤ੍ਰਿਪਤ ਕਰ ਦਿੰਦੇ ਹਨ। ਜਦੋਂ ਸ਼ਰਾਪ ਦਿੰਦੇ ਹਨ ਤਦ ਕੁੱਲ ਸਮੇਤ ਉਸ ਦਾ ਸਰਬਨਾਸ਼ ਕਰ ਦਿੰਦੇ ਹਨ। ਤੀਜੇ ਹਿਰਦੇ ਵਿਖੇ ਵਾਸਾ ਇਸ ਕਰਕੇ ਰਹਿੰਦਾ ਹੈ ਕਿ ਮਹਾਤਮਾ ਹਰ ਸਮੇਂ ਪ੍ਰਭੂ ਸਿਮਰਨ ਵਿੱਚ ਜੁੜੇ ਰਹਿੰਦੇ ਹਨ। ਨਿਮਕ ਭਰ ਵੀ ਪ੍ਰਭੂ ਜੀ ਨੂੰ ਮਨ ਤੋਂ ਵਿਸਾਰਦੇ ਨਹੀਂ। ਜਿਸ ਨੂੰ ਯਾਦ ਕਰਦੇ ਹਨ ਉਸ ਦੇ ਸਭ ਪਾਪਾਂ ਦਾ ਨਾਸ਼ ਕਰ ਦਿੰਦੇ ਹਨ। ਚੌਥੇ, ਪਰਮੇਸ਼ਰ ਦਾ ਸਰਗੁਣ ਵਾਸਾ ਮਹਾਤਮਾਵਾਂ ਦੇ ਚਰਨਾਂ ਵਿੱਚ ਹੈ। ਜੋ ਮਨੁੱਖ ਸ਼ਰਧਾ ਨਾਲ ਨਮਸਕਾਰ ਕਰਦਾ ਹੈ ਉਸ ਦੇ ਪਾਪ ਨਸ਼ਟ ਹੋ ਜਾਂਦੇ ਹਨ। ਸੰਤ ਦੇ ਚਰਨ ਪੈ ਜਾਣ ਕਾਰਨ ਧਰਤੀ ਵੀ ਪੂਜਣਯੋਗ ਹੋ ਜਾਂਦੀ ਹੈ। ਇਹਨਾਂ ਵਾਕਾਂ ਨਾਲ ਪੀਪਾ ਭਗਤ ਜੀ ਨੂੰ ਦ੍ਰਿੜ ਨਿਸ਼ਚਾ ਹੋ ਗਿਆ ਕਿ ਪ੍ਰਭੂ ਜੀ ਅਤੇ ਉਸ ਦੇ ਭਗਤ ਓਤ-ਪੋਤ ਹਨ। ਕ੍ਰਿਸ਼ਨ ਜੀ ਨੇ ਪੀਪਾ ਜੀ ਨੂੰ ਆਪਣੇ ਨਗਰ ਵਾਪਸ ਜਾਣ ਦਾ ਹੁਕਮ ਦਿੱਤਾ ਅਤੇ ਨਿਸ਼ਾਨੀ ਵਜੋਂ ਇੱਕ ਮੁੰਦਰਕਾ ਵੀ ਦਿੱਤੀ। ਇਵੇਂ 8ਵੇਂ ਦਿਨ ਭਗਤ ਪੀਪਾ ਜੀ ਅਤੇ ਉਹਨਾਂ ਦੀ ਧਰਮ ਸੁਪਤਨੀ ਸੀਤਾ ਜੀ ਸਮੁੰਦਰ ਦੇ ਕੰਢੇ ਨਿਕਲ ਆਏ। ਜਦੋਂ ਲੋਕਾਂ ਨੇ ਪੀਪਾ ਜੀ ਦੇ 8ਵੇਂ ਦਿਨ ਦਰਸ਼ਨ ਕੀਤੇ ਤਾਂ ਬਹੁਤ ਹੈਰਾਨ ਹੋਏ। ਲੋਕਾਂ ਸਮਝਿਆ ਤਾਂ ਇਹ ਸੀ ਕਿ ਭਗਤ ਪੀਪਾ ਜੀ ਅਤੇ ਸੀਤਾ ਜੀ ਡੁੱਬ ਗਏ ਨੇ, ਪਰ ਪ੍ਰਤੱਖ ਦਰਸ਼ਨ ਕਰਕੇ ਲੋਕਾਂ ਨੇ ਉਹਨਾਂ ਨੂੰ ਨਮਸਕਾਰਾਂ ਕੀਤੀਆਂ। ਜਦੋਂ ਕ੍ਰਿਸ਼ਨ ਜੀ ਦੀ ਮੁੰਦਰਕਾ ਵੇਖੀ ਅਤੇ ਪੀਪਾ ਜੀ ਪਾਸੋਂ ਸਾਰੀ ਵਾਰਤਾ ਸੁਣੀ ਤਦ ਲੋਕਾਂ ਤੇ ਉਹਨਾਂ ਦੀ ਪ੍ਰੇਮਾ ਭਗਤੀ ਦਾ ਬਹੁਤ ਪ੍ਰਭਾਵ ਪਿਆ ਅਤੇ ਸਾਰੇ ਲੋਕ ਪਰਮੇਸ਼ਰ ਦੀ ਭਗਤੀ ਕਰਨ ਲੱਗੇ। ਇੱਕ ਦਿਨ ਨਦੀ ਕਿਨਾਰੇ ਭਗਤ ਪੀਪਾ ਜੀ ਇਸ਼ਨਾਨ ਕਰਨ ਗਏ। ਉੱਥੇ ਭਗਤ ਜੀ ਨੇ ਮੋਹਰਾਂ ਦਾ ਭਰਿਆ ਹੋਇਆ ਭਾਂਡਾ ਵੇਖਿਆ। ਉਹਨਾਂ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਨਦੀ ਕਿਨਾਰੇ ਮੋਹਰਾਂ ਦਾ ਭਾਂਡਾ ਪਿਆ ਹੈ, ਤੁਸੀਂ ਉਧਰ ਨਾ ਜਾਣਾ। ਭਗਤ ਜੀ ਨੇ ਆਪਣੀ ਪਤਨੀ ਨੂੰ ਇਹ ਸਮਝਾਇਆ ਕਿ ਨਦੀ ਦੇ ਕਿਨਾਰੇ ਮੋਹਰਾਂ ਦਾ ਭਾਂਡਾ ਪਿਆ ਹੈ, ਇਸ ਕਰਕੇ ਤੁਸੀਂ ਉਧਰ ਨਾ ਜਾਣਾ। ਆਸ-ਪਾਸ ਬੈਠੇ ਕੁਝ ਪੁਰਸ਼ਾਂ ਨੇ ਨਦੀ ਕਿਨਾਰੇ ਮੋਹਰਾਂ ਦੇ ਭਰੇ ਭਾਂਡੇ ਬਾਬਤ ਭਗਤ ਜੀ ਦੇ ਮੁਖਾਰਬਿੰਦ ਤੋਂ ਸੁਣਿਆ ਤੇ ਲੋਭ ਵਸ ਹੋਏ ਉਹ ਪੁਰਸ਼ ਤੁਰੰਤ ਨਦੀ ਦੇ ਕੰਢੇ ਪੁੱਜੇ। ਜਦੋਂ ਉਹਨਾਂ ਭਾਂਡੇ ਦਾ ਮੂੰਹ ਖੋਲ੍ਹਿਆ ਤਾਂ ਉਸ ਵਿੱਚ ਇੱਕ ਕਾਲੇ ਰੰਗ ਦੀ ਜ਼ਹਿਰੀਲੀ ਸੱਪਣੀ ਵੇਖੀ। ਚੋਰਾਂ ਦੇ ਮਨ ਅੰਦਰ ਗੁੱਸਾ ਆਇਆ ਕਿ ਭਗਤ ਜੀ ਤਾਂ ਮਾਇਆ ਆਖਦੇ ਸਨ, ਇਹ ਤਾਂ ਕਾਲੀ ਸੱਪਣੀ ਹੈ, ਭਗਤ ਜੀ ਝੂਠ ਬੋਲ ਰਹੇ ਨੇ। ਉਹਨਾਂ ਨੇ ਸਲਾਹ ਬਣਾਈ ਕਿ ਭਾਂਡਾ ਭਗਤ ਜੀ ਦੇ ਘਰ ਰੱਖ ਆਈਏ, ਆਪੇ ਕਾਲੀ ਸੱਪਣੀ ਇਹਨਾਂ ਨੂੰ ਡਸ ਜਾਵੇਗੀ। ਪਰ ਉਹ ਪੁਰਸ਼ ਅਗਿਆਨੀ ਸਨ। ਉਹਨਾਂ ਨੂੰ ਇਹ ਸੂਝ ਨਹੀਂ ਸੀ ਕਿ ਮਾਇਆ ਤਾਂ ਮਹਾਂਪੁਰਸ਼ਾਂ ਦੀ ਦਾਸੀ ਹੁੰਦੀ ਹੈ, ਇਹ ਤਾਂ ਲੋਭੀ ਪੁਰਖਾਂ ਨੂੰ ਹੀ ਸੱਪਣੀ ਬਣ ਕੇ ਡਸਦੀ ਹੈ। ਦੁਨਿਆਵੀ ਪੁਰਸ਼ਾਂ ਨੂੰ ਮਾਇਆ ਦੇ ਸੁੱਖ ਚੰਗੇ ਲੱਗਦੇ ਹਨ ਅਤੇ ਪ੍ਰਭੂ ਭਗਤੀ ਕੌੜੀ ਲੱਗਦੀ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਧ ਨੈਨਹੁ ਡੀਠੀ। ਉਹਨਾਂ ਨਾਮ ਸਿਮਰਨ ਤੋਂ ਸਖਣੇ ਸਾਕਤ ਸ਼ਕਤੀ ਦੇ ਪੁਜਾਰੀ ਪੁਰਸ਼ਾਂ ਨੇ ਮਾਇਆ ਦਾ ਬਰਤਨ ਭਗਤ ਜੀ ਦੇ ਨਿਵਾਸ ਅਸਥਾਨ ਤੇ ਲਿਆ ਕੇ ਰੱਖ ਦਿੱਤਾ ਤੇ ਆਪ ਚਲੇ ਗਏ। ਅੰਮ੍ਰਿਤ ਵੇਲੇ ਜਦ ਪੀਪਾ ਜੀ ਨੇ ਉਹ ਭਾਂਡਾ ਜੋ ਉਹਨਾਂ ਨਦੀ ਦੇ ਕਿਨਾਰੇ ਤੱਕਿਆ ਸੀ ਆਪਣੇ ਦਰਵਾਜ਼ੇ ਮੂਹਰੇ ਡਿੱਠਾ, ਤਦੋਂ ਭਗਤ ਜੀ ਨੇ ਵਿਚਾਰਿਆ ਕਿ ਮਾਇਆ ਚਾਹੁੰਦੀ ਹੈ ਕਿ ਮੈਨੂੰ ਮਹਾਤਮਾ ਦੀ ਸੇਵਾ ਵਾਸਤੇ ਵਰਤੇ ਤਾਂ ਜੋ ਮੇਰੇ ਵੀ ਬੰਧਨ ਕੱਟੇ ਜਾਣ। ਭਗਤ ਜੀ ਨੇ ਗਾਗਰ ਦਾ ਮੂੰਹ ਖੋਲ ਕੇ ਮੋਹਰਾਂ ਕੱਢੀਆਂ। ਦਿਨ ਚੜੇ ਭੰਡਾਰਾ ਚਾਲੂ ਕਰ ਦਿੱਤਾ। ਅਨੇਕਾਂ ਮਹਾਤਮਾ, ਅਭਿਆਗਤਾਂ, ਲੋੜਵੰਦਾਂ, ਗਰੀਬਾਂ ਨੇ ਲੰਗਰ ਛਕਿਆ। ਕਈ ਦਿਨ ਭੰਡਾਰਾ ਚੱਲਦਾ ਰਿਹਾ। ਹਰ ਥਾਂ ਭਗਤ ਪੀਪਾ ਜੀ ਦੀ ਜੈ ਜੈਕਾਰ ਹੋਣ ਲੱਗੀ। ਭਗਤ ਪੀਪਾ ਜੀ ਦੀ ਸ਼ੋਭਾ ਸੁਣ ਕੇ ਉਸ ਸਥਾਨ ਦਾ ਰਾਜਾ ਧਨ ਆਦਿ ਪਦਾਰਥ ਲੈ ਕੇ ਪੀਪਾ ਜੀ ਪਾਸ ਪੁੱਜਾ ਤੇ ਦਰਸ਼ਨ ਕਰਕੇ ਨਿਹਾਲ ਹੋਇਆ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਗਤ ਜੀ ਕਿਰਪਾ ਕਰਕੇ ਮੈਨੂੰ ਵੀ ਦੀਖਿਆ ਦੇਵੋ। ਭਗਤ ਪੀਪਾ ਜੀ ਨੇ ਆਖਿਆ ਕਿ ਹੇ ਰਾਜਨ, ਭਗਤੀ ਮਾਰਗ ਔਖਾ ਹੈ, ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ ਪੈਂਦਾ ਹੈ। ਸਾਰੇ ਜਗਤ ਨੂੰ ਪ੍ਰਭੂ ਦਾ ਰੂਪ ਸਮਝ ਕੇ ਪਿਆਰ ਕਰਨਾ, ਪਰ ਇਸ ਦੇ ਮੋਹ ਵਿੱਚ ਫਸਣਾ ਨਹੀਂ। ਨੰਗ, ਭੁੱਖ, ਤਾਨੇ ਮਿਹਣੇ, ਹੋਰ ਕਈ ਤੰਗੀਆਂ ਵੀ ਝੱਲਣੀਆਂ ਪੈਂਦੀਆਂ ਨੇ। ਰਾਜਿਆਂ ਵਾਸਤੇ ਇਹ ਰਸਤਾ ਕਠਿਨ ਹੈ, ਸੋ ਆਪ ਘਰ ਬੈਠੋ ਤੇ ਆਨੰਦ ਪੂਰਵਕ ਰਾਜ ਭਾਗ ਦਾ ਸੁਖ ਮਾਣੋ। ਭਗਤ ਜੀ ਨੇ ਸਭ ਕੁਝ ਆਖਿਆ, ਪਰ ਰਾਜੇ ਅੰਦਰ ਪੀਪਾ ਜੀ ਪਾਸੋਂ ਗੁਰੂ ਦੀਖਿਆ ਲੈਣ ਦੀ ਤੀਬਰ ਇੱਛਾ ਸੀ। ਉਸ ਨੇ ਸਭ ਕੁਝ ਮੰਨ ਲਿਆ। ਤਦ ਭਗਤ ਪੀਪਾ ਜੀ ਨੇ ਆਖਿਆ ਕਿ ਅੱਛਾ ਰਾਜਨ, ਜੇਕਰ ਤੁਸੀਂ ਜ਼ਰੂਰੀ ਚਾਹੁੰਦੇ ਹੋ ਤਾਂ ਰਾਣੀਆਂ ਤੇ ਸਾਰਾ ਧਨ ਭੇਟਾ ਕਰੋ, ਫੇਰ ਦੀਖਿਆ ਮਿਲੇਗੀ। ਰਾਜੇ ਨੇ ਤੁਰੰਤ ਹੁਕਮ ਮੰਨ ਕੇ ਸਭ ਕੁਝ ਲਿਆ ਭੇਟਾ ਧਰਿਆ। ਭਗਤ ਪੀਪਾ ਜੀ ਨੇ ਪ੍ਰਸੰਨ ਹੋ ਕੇ ਆਪਣਾ ਸਿੱਖ ਬਣਾ ਲਿਆ।
ਅਤੇ ਆਖਿਆ ਕਿ ਸਭ ਸਮੱਗਰੀ ਅਸਾਡੀ ਸਮਝ ਕੇ ਆਪਣੇ ਪਾਸ ਹੀ ਰੱਖੋ। ਇਸ ਧਨ ਨਾਲ ਸੰਤ ਮਹਾਤਮਾਵਾਂ ਦੀ ਸੇਵਾ ਕਰੋ, ਲੋੜਵੰਦਾਂ ਨੂੰ ਸਹਾਇਤਾ ਵਜੋਂ ਦਾਨ ਦਿਓ ਅਤੇ ਪ੍ਰੇਮਾ ਭਗਤੀ ਕਰੋ। ਈਸ਼ਵਰ ਅਤੇ ਭਗਤਾਂ ਵਿੱਚ ਕੋਈ ਭੇਦ ਨਹੀਂ ਹੁੰਦਾ। ਇਸ ਕਰਕੇ ਰਾਣੀਆਂ ਸਮੇਤ ਪਿਆਰ ਨਾਲ ਸਾਧੂ ਜਨਾਂ ਦੀ ਸੇਵਾ ਕਰੋ। ਰਾਜੇ ਦੇ ਬਹੁਤ ਆਖਣ ਤੇ ਸਭ ਸਮੱਗਰੀ ਵਿੱਚੋਂ ਇੱਕ ਇਰਾਕੀ ਘੋੜਾ ਭਗਤ ਪੀਪਾ ਜੀ ਨੇ ਰੱਖ ਲਿਆ। ਇੱਕ ਦਿਨ ਘੋੜੇ ਤੇ ਚੜ੍ਹ ਕੇ ਭਗਤ ਜੀ ਨਦੀ ਤੇ ਇਸ਼ਨਾਨ ਕਰਨ ਗਏ। ਜਦ ਘੋੜੇ ਨੂੰ ਕਿਨਾਰੇ ਉੱਪਰ ਉੱਗੇ ਰੁੱਖ ਨਾਲ ਭਗਤ ਜੀ ਬੰਨ੍ਹ ਕੇ ਇਸ਼ਨਾਨ ਕਰਨ ਲੱਗ ਪਏ ਤਾਂ ਇੱਕ ਚੋਰ ਨੇ ਭਗਤ ਜੀ ਦਾ ਘੋੜਾ ਖੋਹ ਲਿਆ ਅਤੇ ਉਸ ਉੱਪਰ ਸਵਾਰ ਹੋ ਕੇ ਤਿੱਤਰ ਹੋ ਗਿਆ। ਭਾਵੇਂ ਭਗਤ ਜੀ ਨੇ ਵੇਖ ਤਾਂ ਲਿਆ ਕਿ ਚੋਰ ਘੋੜਾ ਲੈ ਕੇ ਟੁਰ ਗਿਆ, ਤਦ ਵੀ ਭਗਤ ਜੀ ਦੇ ਮਨ ਤੇ ਉਹ ਘੋੜਾ ਚਲੇ ਜਾਣ ਦਾ ਕੋਈ ਅਸਰ ਨਾ ਹੋਇਆ। ਉਹ ਪਹਿਲਾਂ ਵਾਂਗੂ ਹੀ ਰਾਮ ਰੰਗ ਵਿੱਚ ਰੰਗੇ ਘਰ ਪੁੱਜੇ। ਜਦੋਂ ਚੋਰ ਆਪ ਇਸ਼ਨਾਨ ਕਰਨ ਲੱਗਾ ਤਦ ਪ੍ਰਭੂ ਕਿਰਪਾ ਨਾਲ ਘੋੜਾ ਉੱਥੋਂ ਭੱਜ ਪਿਆ ਅਤੇ ਭਗਤ ਪੀਪਾ ਜੀ ਪਾਸ ਹੀ ਪੁੱਜ ਗਿਆ। ਇੱਕ ਦਿਨ 5 ਥਾਵਾਂ ਤੋਂ ਭੰਡਾਰਿਆਂ ਤੇ ਪੁੱਜਣ ਅਤੇ ਲੰਗਰ ਛਕਣ ਦੇ ਸੱਦੇ ਭਗਤ ਜੀ ਨੂੰ ਪੁੱਜੇ। 5 ਨਿਉਤੇ ਭਗਤ ਪੀਪਾ ਜੀ ਨੇ ਮੰਨ ਤਾਂ ਲਏ, ਪਰ ਜਦੋਂ ਨਿਉਤਿਆਂ ਤੇ ਜਾਣ ਦਾ ਸਮਾਂ ਆਇਆ ਤਦ ਵਿਚਾਰਨ ਲੱਗੇ ਕਿ ਜਿਸ ਦੇ ਭੰਡਾਰੇ ਤੇ ਨਾ ਪੁੱਜੇ ਉਹ ਨਾਰਾਜ਼ ਹੋ ਜਾਵੇਗਾ। ਸੋ 5 ਭੰਡਾਰਿਆਂ ਤੇ ਇੱਕੋ ਵਕਤ ਮੈਂ ਜਾ ਨਹੀਂ ਸਕਦਾ। ਇਸ ਲਈ ਜਿਸ ਦੇ ਭੰਡਾਰੇ ਤੇ ਵੀ ਨਾ ਗਿਆ ਉਸ ਨੇ ਮਨ ਵਿੱਚ ਬੜਾ ਖੇਦ ਕਰਨਾ ਹੈ। ਸੋ ਇਸ ਲਈ ਚੰਗਾ ਇਹੋ ਹੀ ਹੈ ਕਿ ਕਿਸੇ ਦੇ ਭੰਡਾਰੇ ਤੇ ਵੀ ਨਾ ਜਾਇਆ ਜਾਵੇ। ਤੇ ਭਗਤ ਜੀ ਪ੍ਰਭੂ ਭਗਤੀ ਵਿੱਚ ਲੀਨ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ, ਕਿਤੇ ਵੀ ਕਿਸੇ ਵੀ ਭੰਡਾਰੇ ਤੇ ਨਾ ਗਏ। ਪਰੰਤੂ ਪ੍ਰਭੂ ਜੀ ਨੇ ਪੀਪਾ ਜੀ ਦੇ 5 ਸਰੂਪ ਧਾਰ ਕੇ 5 ਭੰਡਾਰਿਆਂ ਤੇ ਪੁੱਜਣਾ ਕੀਤਾ। ਭਗਤ ਜੀ ਦੇ ਨਾਲ ਈਰਖਾ ਕਰਨ ਵਾਲੇ ਬ੍ਰਾਹਮਣਾਂ ਨੇ ਇੱਕ ਭੰਡਾਰੇ ਤੇ ਰਾਸ ਕਰੀੜਾ ਭਾਵ ਝੂਠ ਮਖੌਲ ਰੂਪੀ ਖੇਲ ਤਮਾਸ਼ਾ ਅਡੰਬਰ ਰਚਨਾ ਕੀਤਾ, ਜਿਸ ਵਿੱਚ ਪੀਪਾ ਭਗਤ ਜੀ ਨੂੰ ਦਸ਼ਰਥ ਅਤੇ ਇੱਕ ਹੋਰ ਪੁਰਸ਼ ਨੂੰ ਰਾਮਚੰਦਰ ਬਣਾ ਲਿਆ। ਕੁਝ ਭਲੇ ਪੁਰਸ਼ਾਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਉਹਨਾਂ ਆਖਿਆ ਕਿ ਅਸੀਂ ਪੀਪਾ ਜੀ ਦਾ ਪ੍ਰੇਮ ਪਰਖਣਾ ਹੈ ਕਿ ਕੀ ਦਸ਼ਰਥ ਵਾਂਗੂ ਰਾਮ ਜੀ ਦੇ ਵਿਜੋਗ ਵਿੱਚ ਸਰੀਰ ਦਾ ਤਿਆਗ ਵੀ ਕਰ ਦਿੰਦੇ ਨੇ ਕਿ ਨਹੀਂ। ਉਹਨਾਂ ਸਵਾਂਗ ਰਚਿਆ, ਰਾਮਚੰਦਰ ਜੀ ਨੂੰ ਬਨਵਾਸ ਤੇ ਤੋਰਨਾ ਆਰੰਭ ਕਰ ਦਿੱਤਾ। ਉਹਨਾਂ ਪੀਪਾ ਜੀ ਨੂੰ ਆਖਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਰਾਮਚੰਦਰ ਜੀ ਬਨਵਾਸ ਨੂੰ ਗਏ ਸਨ ਤਾਂ ਦਸ਼ਰਥ ਜੀ ਨੇ ਸਰੀਰ ਦਾ ਤਿਆਗ ਕਰ ਦਿੱਤਾ ਸੀ। ਹੁਣ ਤੁਸੀਂ ਵੀ ਦਸ਼ਰਥ ਰੂਪ ਵਿੱਚ ਹੋ। ਜੇਕਰ ਤੁਹਾਡਾ ਸੱਚਾ ਪ੍ਰੇਮ ਹੈ ਤਾਂ ਪ੍ਰਾਣ ਤਿਆਗ ਦਿਓ। ਉਹਨਾਂ ਈਰਖਾਲੂ ਬ੍ਰਾਹਮਣਾਂ ਦੇ ਕਹਿਣ ਤੇ ਪੀਪਾ ਜੀ ਨੇ ਪ੍ਰਾਣਾਂ ਦਾ ਤਿਆਗ ਕਰ ਦਿੱਤਾ। ਸਾਰੇ ਭੰਡਾਰੇ ਵਿੱਚ ਹਾਹਾਕਾਰ ਮਚ ਗਈ। ਸਭ ਲੋਕ ਉਹਨਾਂ ਨੂੰ ਫਟਕਾਰਾਂ ਪਾਉਣ ਲੱਗੇ ਅਤੇ ਕਹਿਣ ਲੱਗੇ ਕਿ ਮੂਰਖੋ, ਭਗਤ ਪੀਪਾ ਜੀ ਵਰਗੇ ਮਹਾਤਮਾ ਕਿੱਥੋਂ ਮਿਲਣੇ ਨੇ? ਇਹ ਪਾਪ ਤੁਹਾਡੇ ਸਿਰੋਂ ਨਹੀਂ ਉਤਰਨਾ। ਇੱਧਰ ਦਸ਼ਰਥ ਦਾ ਸਵਾਂਗ ਕਰ ਰਹੇ ਪੀਪਾ ਜੀ ਦੇ ਰੂਪ ਵਿੱਚ ਪ੍ਰਭੂ ਜੀ ਨੇ ਜਦੋਂ ਸਰੀਰ ਤਿਆਗਿਆ, ਉਧਰ 5 ਹੀ ਭੰਡਾਰਿਆਂ ਵਿੱਚ ਪੀਪਾ ਜੀ ਦੇ 5 ਸਰੂਪ ਸਰੀਰ ਤਿਆਗ ਗਏ। 5 ਹੀ ਭੰਡਾਰਿਆਂ ਵਿਖੇ ਸ਼ਬਦ ਕੀਰਤਨ ਕਰਕੇ ਸੋਗਮਈ ਵਾਤਾਵਰਣ ਵਿੱਚ ਭਗਤ ਪੀਪਾ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਲੋਕ ਜਦੋਂ ਪੀਪਾ ਜੀ ਦੇ ਆਸ਼ਰਮ ਪੁੱਜੇ ਤਾਂ ਉਹ ਭਗਤ ਪੀਪਾ ਜੀ ਨੂੰ ਪ੍ਰਤੱਖ ਸਰੂਪ ਵਿੱਚ ਬੈਠੇ ਵੇਖ ਕੇ ਹੈਰਾਨ ਰਹਿ ਗਏ ਅਤੇ ਨਮਸਕਾਰਾਂ ਕਰਨ ਲੱਗੇ। ਇਸ ਕੌਤਕ ਨਾਲ ਭਗਤ ਪੀਪਾ ਜੀ ਦੀ ਉਪਮਾ ਵਿੱਚ ਹੋਰ ਵੀ ਵਾਧਾ ਹੋ ਗਿਆ। ਪ੍ਰਭੂ ਜੀ ਨੇ ਅਚਰਜ ਲੀਲਾ ਰਚ ਕੇ ਆਪ ਹੀ ਵਿਖਾਈ ਅਤੇ ਆਪਣੇ ਭਗਤ ਦੀ ਉਪਮਾ ਪ੍ਰਗਟ ਕੀਤੀ। ਪਰ ਦੁਸ਼ਟ ਪੁਰਸ਼ਾਂ ਪਾਸੋਂ ਪੀਪਾ ਜੀ ਦੀ ਉਪਮਾ ਫਿਰ ਵੀ ਸਹਾਰੀ ਨਾ ਗਈ। ਜਿਸ ਬਾਣੀਏ ਪਾਸੋਂ ਦਾਲ, ਸੀਧਾ, ਚਾਵਲ, ਘਿਓ ਇਹ ਤਾਦਕ ਲੰਗਰ ਦੀ ਸਮੱਗਰੀ ਖਰੀਦਦੇ ਸਨ, ਉਸ ਬਾਣੀਏ ਦੇ ਕਿਤਾਬਾਂ ਵਿੱਚ ਭਗਤ ਜੀ ਦੇ ਵੱਲ ਬਹੁਤ ਰਕਮ ਬਣ ਗਈ। ਇਸ ਰਕਮ ਦੀ ਗੱਲ ਬਾਣੀਆਂ ਉਹਨਾਂ ਦੁਸ਼ਟ ਪੁਰਸ਼ਾਂ ਪਾਸ ਕਿਤੇ ਕਰ ਬੈਠਾ। ਬਸ ਫੇਰ ਕੀ ਸੀ, ਉਹਨਾਂ ਬਾਣੀਏ ਨੂੰ ਆਖਿਆ ਕਿ ਤੂੰ ਹੁਣੇ ਹੀ ਜਾ ਕੇ ਪੀਪਾ ਜੀ ਪਾਸੋਂ ਆਪਣਾ ਹਿਸਾਬ ਲੈ, ਕਿਉਂਕਿ ਉਹ ਤਾਂ ਨੰਗ ਮਲੰਗ ਹੈ, ਉਸ ਪਾਸੋਂ ਤੇਰੀ ਰਕਮ ਦਿੱਤੀ ਨਹੀਂ ਜਾਣੀ। ਉਹਨਾਂ ਦੁਸ਼ਟ ਚੌਂਕੜੀ ਦਾ ਚੁੱਕਿਆ ਚੁਕਾਇਆ ਬਾਣੀਆਂ ਭਗਤ ਪੀਪਾ ਜੀ ਪਾਸ ਪੈਸੇ ਮੰਗਣ ਆ ਗਿਆ। ਭਗਤ ਜੀ ਨੇ ਧੀਰਜ ਨਾਲ ਆਖਿਆ ਕਿ ਅਜੇ ਤੱਕ ਪੈਸੇ ਦੀ ਥੋੜੀ ਤੰਗੀ ਹੈ, ਜਦੋਂ ਮਾਇਆ ਆ ਜਾਵੇਗੀ ਤਦ ਸਾਰਾ ਹਿਸਾਬ ਚੁੱਕਦਾ ਕਰ ਦਿੱਤਾ ਜਾਵੇਗਾ। ਪਰ ਦੁਸ਼ਟ ਲੋਕਾਂ ਭਗਤ ਜੀ ਦੀ ਨਰਾਦਰੀ ਕਰਵਾਉਣੀ ਸੀ, ਇਸ ਲਈ ਉਹਨਾਂ ਉਸ ਬਾਣੀਏ ਨੂੰ ਪੂਰੀ ਚੁੱਕ ਦਿੱਤੀ ਹੋਈ ਸੀ। 2-4 ਦਿਨ ਪਿੱਛੋਂ ਬਾਣੀਆਂ ਫਿਰ ਭਗਤ ਜੀ ਪਾਸ ਪੁੱਜ ਗਿਆ। ਬਾਣੀਆਂ ਅਤੇ ਉਹ ਦੁਸ਼ਟ ਪੁਰਸ਼ ਬਹੁਤ ਔਖੇ ਸਨ। ਉਹਨਾਂ ਬਹੁਤ ਅਪਮਾਨ ਭਰੇ ਲਫ਼ਜ਼ ਭਗਤ ਜੀ ਦੀ ਸ਼ਾਨ ਦੇ ਵਰਖਲਾਫ ਬੋਲੇ। ਉਹਨਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਸਿੱਧੇ ਹੱਥੀਂ ਤੂੰ ਪੈਸੇ ਨਹੀਂ ਦੇਣੇ
ਤਾਂ ਅਸੀਂ ਦੂਜੀ ਤਰ੍ਹਾਂ ਲੈਣੇ ਜਾਣਦੇ ਹਾਂ। ਭਗਤ ਜੀ ਹੱਸ ਕੇ ਬੋਲੇ, ਸ਼ਾਹ ਜੀ ਜਾਓ, ਆਪਣਾ ਬਹੀ ਖਾਤਾ ਲੈ ਕੇ ਆਓ ਤੇ ਆ ਜਾਓ, ਹਿਸਾਬ ਕਿਤਾਬ ਕਰ ਲੈਨੇ ਆ। ਜਦੋਂ ਬਾਣੀਏ ਨੇ ਬਹੀ ਲਿਆ ਕੇ ਹਿਸਾਬ ਕਰਨ ਵਾਸਤੇ ਬਹੀ ਦੇ ਕਾਗਜ਼ ਫੋਲੇ ਤਾਂ ਜਿਨ੍ਹਾਂ ਵਰਕਿਆਂ ਤੇ ਭਗਤ ਪੀਪਾ ਜੀ ਦਾ ਹਿਸਾਬ ਕਿਤਾਬ ਲਿਖਿਆ ਸੀ ਉਹ ਬਿਲਕੁਲ ਕੋਰੇ ਨਿਕਲੇ। ਇਹ ਕੌਤਕ ਵੇਖ ਕੇ ਬਾਣੀਆਂ ਅਤੇ ਚੰਡਾਲ ਚੌਂਕੜੀ ਸ਼ਰਮਿੰਦਗੀ ਦੇ ਮਾਰੇ ਘਰਾਂ ਨੂੰ ਮੁੜ ਗਏ। ਜਦੋਂ ਰਾਜੇ ਨੂੰ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਸਨੇ ਬਾਣੀਏ ਨੂੰ ਕੈਦ ਕਰ ਲਿਆ। ਬਾਣੀਏ ਦੇ ਬਾਲ ਬੱਚੇ ਬੜੇ ਦੁਖੀ ਹੋਏ ਅਤੇ ਲਾਚਾਰ ਅਤੇ ਮਜਬੂਰ ਬਣ ਗਏ। ਇਸ ਲਾਚਾਰੀ ਅਤੇ ਮਜਬੂਰੀ ਦੀ ਹਾਲਤ ਵਿੱਚ ਬਾਣੀਏ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਭਗਤ ਜੀ ਦੀ ਪਤਨੀ ਸੀਤਾ ਜੀ ਪਾਸ ਪੁੱਜੀ ਅਤੇ ਆਪਣੇ ਪਤੀ ਦੇ ਕੈਦ ਹੋਣ ਦੀ ਸਾਰੀ ਵਾਰਤਾ ਸੁਣਾਈ। ਤਰਲੇ ਮਿੰਨਤਾਂ ਕੀਤੇ ਕਿ ਮੇਰੇ ਪਤੀ ਨੂੰ ਰਾਜੇ ਦੀ ਕੈਦ ਵਿੱਚੋਂ ਕਿਸੇ ਤਰ੍ਹਾਂ ਛੁਡਵਾ ਦਿਓ। ਰਾਤ ਸਮੇਂ ਪ੍ਰਭੂ ਜੀ ਨੇ ਮਿਹਰ ਕੀਤੀ। ਭਗਤ ਪੀਪਾ ਜੀ ਦਾ ਘਰ ਅੰਨ ਅਤੇ ਧਨ ਨਾਲ ਭਰ ਦਿੱਤਾ। ਸਵੇਰ ਹੁੰਦਿਆਂ ਭਗਤ ਜੀ ਵੀ ਪ੍ਰਸੰਨ ਚਿੱਤ ਪ੍ਰਭੂ ਜੀ ਦਾ ਧੰਨਵਾਦ ਕਰਨ ਲੱਗੇ। ਭਗਤ ਜੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਬਾਣੀਏ ਨੂੰ ਛੱਡ ਦਿਓ, ਅਸੀਂ ਇਸ ਦੇ ਪੈਸੇ ਦੇਣੇ ਆ। ਸੋ ਰਾਜੇ ਦੀ ਕੈਦ ਵਿੱਚੋਂ ਰਿਹਾ ਹੋ ਕੇ ਬਾਣੀਆ ਭਗਤ ਪੀਪਾ ਜੀ ਪਾਸ ਪੁੱਜਾ ਅਤੇ ਆਪਣੀ ਗਲਤੀ ਦੀ ਮੁਆਫੀ ਮੰਗੀ। ਭਗਤ ਜੀ ਨੇ ਮੱਲੋ ਮੱਲੀ ਧਨ ਦੀ ਪੋਟਲੀ ਬੰਨ੍ਹ ਕੇ ਬਾਣੀਏ ਨੂੰ ਦੇ ਦਿੱਤੀ। ਜਦ ਘਰ ਜਾ ਕੇ ਰਕਮ ਗਿਣੀ ਤਾਂ ਉਹ ਬਹੁਤ ਜ਼ਿਆਦਾ ਨਿਕਲੀ। ਬਾਣੀਏ ਦੇ ਮਨ ਤੇ ਭਗਤ ਜੀ ਦੀ ਦਿਆਲਤਾ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਵੀ ਵੈਰਾਗੀ ਬਣ ਬੈਠਾ ਤੇ ਘਰ ਘਾਟ ਦਾ ਤਿਆਗ ਕਰਕੇ ਭਗਤ ਪੀਪਾ ਜੀ ਪਾਸੋਂ ਗੁਰੂ ਦੀਖਿਆ ਪ੍ਰਾਪਤ ਕਰਕੇ ਜੰਗਲਾਂ ਨੂੰ ਚਲੇ ਗਿਆ ਅਤੇ ਦਿਨ ਰਾਤ ਪ੍ਰਭੂ ਸਿਮਰਨ ਕਰਕੇ ਜਨਮ ਸਫਲਾ ਕਰ ਗਿਆ। ਕੁਝ ਦਿਨਾਂ ਪਿੱਛੋਂ ਭਗਤ ਪੀਪਾ ਜੀ ਅਤੇ ਸੀਤਾ ਜੀ ਧਨ ਦਾ ਭਰਿਆ ਕੋਠਾ ਛੱਡ ਕੇ ਜੰਗਲ ਨੂੰ ਟੁਰ ਗਏ। ਰਸਤੇ ਵਿੱਚ ਇੱਕ ਪੁਰਸ਼ ਮਿਲਿਆ ਜਿਸ ਨੂੰ ਕਰਮਕਾਂਡੀ ਬ੍ਰਾਹਮਣਾਂ ਨੇ ਗਊ ਹੱਤਿਆ ਹੋ ਜਾਣ ਕਾਰਨ ਸਜ਼ਾ ਦਿੱਤੀ ਹੋਈ ਸੀ ਕਿ ਜਿੰਨਾ ਚਿਰ ਤੂੰ ਪ੍ਰਾਸ਼ਚਿਤ ਭਾਵ ਕੀਤੇ ਹੋਏ ਪਾਪ ਬਾਰੇ ਮਨ ਵਿੱਚ ਪਛਤਾਵਾ ਨਹੀਂ ਕਰਦਾ, ਬ੍ਰਾਹਮਣਾਂ ਨੂੰ ਭੋਜਨ ਨਹੀਂ ਛਕਾਉਂਦਾ, ਗੰਗਾ ਜੀ ਦਾ ਇਸ਼ਨਾਨ ਕਰਕੇ ਮਾਫੀ ਨਹੀਂ ਮੰਗਦਾ, ਉਨਾ ਚਿਰ ਤੱਕ ਤੈਨੂੰ ਪਿੰਡ ਨਹੀਂ ਵੜਨ ਦਿੱਤਾ ਜਾਵੇਗਾ। ਪਰੰਤੂ ਉਹ ਪੁਰਖ ਹੈ ਬਹੁਤ ਗਰੀਬ ਸੀ। ਉਸ ਨੇ ਆਪਣੀ ਲਾਚਾਰੀ ਅਤੇ ਬ੍ਰਾਹਮਣਾਂ ਵੱਲੋਂ ਮਿਲੀ ਇਸ ਸਜ਼ਾ ਦੀ ਕਹਾਣੀ ਭਗਤ ਪੀਪਾ ਜੀ ਨੂੰ ਸੁਣਾਈ। ਪੀਪਾ ਜੀ ਉਸ ਨੂੰ ਆਪਣੇ ਘਰ ਲੈ ਗਏ, ਬਿਠਾ ਕੇ ਬੜੇ ਪ੍ਰੇਮ ਪੂਰਵਕ ਰਾਮ ਨਾਮ ਦਾ ਜਾਪ ਕਰਵਾਇਆ ਤੇ ਭੋਜਨ ਇਤਾਦਕ ਨਾਲ ਸੇਵਾ ਕੀਤੀ। ਭਗਤ ਜੀ ਦੇ ਮਨ ਵਿੱਚ ਦ੍ਰਿੜ ਨਿਸ਼ਚਾ ਸੀ ਕਿ ਪਰਮੇਸ਼ਰ ਜੀ ਦਾ ਨਾਮ ਕਰੋੜਾਂ ਪਾਪ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਪ੍ਰਭੂ ਭਗਤੀ ਅਤੇ ਪ੍ਰੇਮ ਤੋਂ ਸਖਣੇ ਕਰਮਕਾਂਡੀ ਬ੍ਰਾਹਮਣਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਬਹੁਤ ਕ੍ਰੋਧਿਤ ਹੋਏ। ਭਗਤ ਪੀਪਾ ਜੀ ਪਾਸ ਪੁੱਜ ਕੇ ਆਖਣ ਲੱਗੇ ਕਿ ਅਸੀਂ ਇਸ ਨੂੰ ਸਜ਼ਾ ਦਿੱਤੀ ਹੈ ਤੇ ਤੁਸੀਂ ਇਸ ਨੂੰ ਆਪਣੇ ਨਾਲ ਬਿਠਾ ਕੇ ਭੋਜਨ ਕਿੱਦਾਂ ਛਕਾ ਦਿੱਤਾ? ਭਗਤ ਜੀ ਨੇ ਆਖਿਆ, ਬ੍ਰਾਹਮਣੋ, ਪ੍ਰਭੂ ਜੀ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਇਸ ਵਾਸਤੇ ਮੈਂ ਇਸ ਪਾਸੋਂ ਰਾਮ ਨਾਮ ਦਾ ਜਾਪ ਕਰਵਾਇਆ ਹੈ। ਸੋ ਇਸ ਦੇ ਪਾਪ ਨਸ਼ਟ ਹੋ ਗਏ ਸਮਝ ਕੇ ਮੈਂ ਇਸ ਨੂੰ ਆਪਣੇ ਨਾਲ ਲੰਗਰ ਛਕਾਇਆ ਹੈ। ਪੰਡਤ ਹੋਰ ਵੀ ਲਾਲ ਪੀਲੇ ਹੋਣ ਲੱਗੇ। ਆਖਣ ਲੱਗੇ ਕਿ ਕੀ ਤੇਰਾ ਯਕੀਨ ਰਾਮ ਨਾਮ ਉੱਪਰ ਜ਼ਿਆਦਾ? ਹੋਰ ਬ੍ਰਾਹਮਣ ਵੀ ਦੇਸ਼ ਵਿੱਚ ਰਹਿੰਦੇ ਨੇ, ਕਿ ਸਾਨੂੰ ਯਕੀਨ ਨਹੀਂ? ਭਗਤ ਜੀ ਨੇ ਫਿਰ ਬੇਨਤੀ ਕੀਤੀ ਕਿ ਮੈਨੂੰ ਤਾਂ ਕੇਵਲ ਰਾਮ ਨਾਮ ਤੇ ਹੀ ਦ੍ਰਿੜ ਨਿਸ਼ਚਾ ਹੈ, ਜਿਸ ਕਰਕੇ ਮੈਂ ਇਸ ਨੂੰ ਕੀਤੇ ਪਾਪ ਤੋਂ ਮੁਕਤ ਹੋਇਆ ਜਾਣ ਲਿਆ ਹੈ ਤੇ ਅੰਨਪਾਨ ਕਰਾਇਆ ਹੈ। ਪੰਡਤਾਂ ਨੇ ਆਖਿਆ, ਅਸੀਂ ਤੁਹਾਡਾ ਯਕੀਨ ਤਦ ਮੰਨਾਂਗੇ ਜੇਕਰ ਤੁਸੀਂ ਵਿਸ਼ਨੂੰ ਭਗਵਾਨ ਜੀ ਦੀ ਸਵਾਰੀ ਕਰਨ ਵਾਲੇ ਵਾਹਨ ਨੂੰ ਲੱਡੂ ਖਵਾ ਦਿਓ। ਭਗਤ ਜੀ ਭਗਵਾਨ ਦੇ ਵਾਹਨ ਦੀ ਸਵਾਰੀ ਵਾਲੇ ਮੰਦਿਰ ਵਿੱਚ ਪੁੱਜ ਗਏ। ਪ੍ਰਭੂ ਜੀ ਪਾਸ ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਖੇਡ ਵਰਤਾਉਣ ਲਈ ਇਹਨਾਂ ਹੁਕਮ ਕੀਤਾ ਹੈ, ਸੋ ਇਹਨਾਂ ਬ੍ਰਾਹਮਣਾਂ ਦੀ ਤਸੱਲੀ ਵਾਸਤੇ ਆਪ ਜੀ ਆਪਣੇ ਵਾਹਨ ਨੂੰ ਬੇਨਤੀ ਕਰੋ ਕਿ ਉਹ ਲੱਡੂ ਛਕੇ। ਪ੍ਰਭੂ ਜੀ ਦੀ ਮਿਹਰ ਨਾਲ ਉਸ ਗਰੁੜ ਨੇ ਸਾਰੇ ਲੱਡੂ ਛਕ ਲਏ। ਇਹ ਕੌਤਕ ਜਦੋਂ ਬ੍ਰਾਹਮਣਾਂ ਨੇ ਤੱਕਿਆ ਤਾਂ ਬੜੇ ਸ਼ਰਮਿੰਦਗੀ ਵਿੱਚ ਆਏ ਅਤੇ ਸਿਰ ਸੁੱਟ ਕੇ ਆਪਣੇ ਘਰਾਂ ਨੂੰ ਮੁੜ ਗਏ। ਭਗਤ ਪੀਪਾ ਜੀ ਦੇ ਜੀਵਨ ਦੀਆਂ ਕੁਝ ਕੁ ਸੰਖੇਪ ਸਾਖੀਆਂ ਹੋਰ ਹਨ ਜੋ ਇੱਥੇ ਆਪਾਂ ਪ੍ਰਭੂ ਭਗਤੀ ਉੱਪਰ ਦ੍ਰਿੜ ਨਿਸ਼ਚਾ ਕਰਨ ਵਾਸਤੇ, ਪਰਮੇਸ਼ਰ ਜੀ ਦੇ ਪਿਆਰ ਵਿੱਚ ਆਪਣੇ ਮਨ ਨੂੰ ਰੰਗਣ ਵਾਸਤੇ ਵਾਚਦੇ ਹਾਂ। ਇੱਕ ਦਿਨ ਇੱਕ ਗੁਜਰੀ ਭਗਤ ਜੀ ਪਾਸ ਆਈ। ਭਗਤ ਜੀ ਨੇ ਉਸ ਦੇ ਭਲੇ ਵਾਸਤੇ ਆਖਿਆ ਕਿ ਤੂੰ ਦੁੱਧ ਇਹਨਾਂ ਮਹਾਤਮਾਵਾਂ ਨੂੰ ਛਕਾ ਦੇ ਤੇ ਪੈਸੇ ਮੈਥੋਂ ਲੈ ਲੈ। ਗੁਜਰੀ ਨੇ ਭਗਤ ਜੀ ਦਾ ਹੁਕਮ ਮੰਨ ਕੇ ਸਾਰਾ ਦੁੱਧ ਉੱਥੇ ਹਾਜ਼ਰ ਅਭਿਆਗਤ ਮਹਾਂਪੁਰਖਾਂ ਨੂੰ ਪਿਲਾ ਦਿੱਤਾ। ਨਿੰਦਕਾਂ ਦੀ ਚੁੱਕ ਵਿੱਚ ਆ ਕੇ ਗੁਜਰੀ ਨੇ ਭਗਤ ਜੀ ਪਾਸੋਂ ਤੁਰੰਤ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਉਧਰ ਪ੍ਰਭੂ ਜੀ ਨੇ ਭਗਤ ਦੀ ਲਾਜ ਰੱਖੀ। ਉਸੇ ਵੇਲੇ ਇੱਕ ਰਾਜਾ ਭਗਤ ਜੀ ਦੇ ਦਰਸ਼ਨਾਂ ਨੂੰ ਆਇਆ
ਉਸ ਨੇ 500 ਮੋਹਰਾਂ ਭਗਤ ਪੀਪਾ ਜੀ ਦੀ ਭੇਟਾ ਕੀਤੀਆਂ। ਭਗਤ ਜੀ ਨੇ ਸਾਰੀਆਂ ਮੋਹਰਾਂ ਉਸ ਗੁਜਰੀ ਨੂੰ ਦੇ ਦਿੱਤੀਆਂ। ਗੁਜਰੀ ਦੇ ਜੀਵਨ ਵਿੱਚ ਉਸ ਸਮੇਂ ਤੱਕ ਤਬਦੀਲੀ ਆ ਚੁੱਕੀ ਸੀ। ਭਗਤ ਜੀ ਦੀ ਮਿਹਰ ਦ੍ਰਿਸ਼ਟੀ ਨੇ ਉਸ ਦਾ ਮਨ ਬਦਲ ਦਿੱਤਾ। ਉਹ ਮੋਹਰਾਂ ਰੱਖਣ ਦੀ ਥਾਂ ਘਰ ਪੁੱਜ ਕੇ ਆਪਣੇ ਸਭ ਗਹਿਣੇ ਗੱਟੇ ਅਤੇ ਹੋਰ ਧਨ ਉਹਨਾਂ ਮੋਹਰਾਂ ਦੇ ਨਾਲ ਮਿਲਾ ਕੇ ਵਾਪਸ ਭਗਤ ਜੀ ਦੀ ਭੇਟ ਕਰ ਗਏ। ਭਗਤ ਜੀ ਨੇ ਉਸ ਨੂੰ ਦੀਖਿਆ ਦਿੱਤੀ ਅਤੇ ਉਹ ਗੁਜਰੀ ਵੀ ਪ੍ਰੇਮਾ ਭਗਤੀ ਦੀ ਰੰਗਣ ਵਿੱਚ ਰੰਗੀ ਗਈ। ਇਸੇ ਤਰ੍ਹਾਂ ਇੱਕ ਹੋਰ ਘਟਨਾ ਭਗਤ ਪੀਪਾ ਜੀ ਦੇ ਜੀਵਨ ਵਿੱਚ ਆਉਂਦੀ ਹੈ ਕਿ ਰਸਤੇ ਟੁਰੇ ਜਾਂਦਿਆਂ ਭਗਤ ਪੀਪਾ ਜੀ ਨੂੰ ਤੇਲੀ ਦੀ ਸੁੰਦਰ ਇਸਤਰੀ ਮਿਲੀ। ਭਗਤ ਜੀ ਆਖਣ ਲੱਗੇ, ਇਹ ਸੁੰਦਰ ਸਰੀਰ ਵਾਲੀ ਔਰਤ, ਜੇਕਰ ਤੂੰ ਰਾਮ ਨਾਮ ਦਾ ਸਿਮਰਨ ਕਰੇ ਨਾ ਤੇ ਤੇਰੀ ਸੁੰਦਰਤਾ ਹੋਰ ਦੂਣ ਸਵਾਈ ਹੋ ਜਾਏ ਅਤੇ ਤੇਰਾ ਜਨਮ ਵੀ ਸਫਲਾ ਹੋ ਜਾਵੇਗਾ। ਤੇਲੀ ਦੀ ਔਰਤ ਸਰੀਰਕ ਸੁੰਦਰਤਾ ਤਾਂ ਰੱਖਦੀ ਹੀ ਸੀ, ਪਰ ਅੰਦਰੋਂ ਰਾਮ ਨਾਮ ਦੇ ਸਿਮਰਨ ਤੋਂ ਸਖਣੀ ਹੋਣ ਕਾਰਨ ਕੋਝੀ ਸੀ। ਉਹ ਸਮਝਦੀ ਸੀ ਕਿ ਸਿਮਰਨ ਦੀ ਲੋੜ ਨਹੀਂ। ਇਹਨਾਂ ਵਿਚਾਰਾਂ ਵਿੱਚ ਫਸੀ ਭੁੱਲੜ ਔਰਤ ਗੁੱਸੇ ਹੋ ਗਈ ਤੇ ਆਖਣ ਲੱਗੀ, ਭਗਤ ਜੀ, ਮੇਰਾ ਤਾਂ ਪਤੀ ਜਿਉਂਦਾ ਹੈ, ਰਾਮ ਨਾਮ ਦਾ ਸਿਮਰਨ ਤਾਂ ਵਿਧਵਾ ਇਸਤਰੀਆਂ ਕਰਦੀਆਂ ਨੇ। ਉਸ ਤੇਲੀ ਦੀ ਉਹ ਔਰਤ ਦਾ ਉਪਰੋਕਤ ਉੱਤਰ ਸੁਣ ਕੇ ਭਗਤ ਪੀਪਾ ਜੀ ਨੇ ਸਹਿਜ ਸੁਭਾਅ ਆਖ ਦਿੱਤਾ ਕਿ ਜੇ ਇਹੋ ਹੀ ਗੱਲ ਹੈ ਕਿ ਰਾਮ ਨਾਮ ਦਾ ਸਿਮਰਨ ਵਿਧਵਾਵਾਂ ਜਪਦੀਆਂ ਨੇ ਤੇ ਤੂੰ ਵੀ ਵਿਧਵਾ ਹੋ ਜਾ, ਤਾਂ ਪ੍ਰੀਤ ਵਾਲੀ ਹੋ ਕੇ ਰਾਮ ਨਾਮ ਦਾ ਸਿਮਰਨ ਕਰਕੇ ਆਪਣਾ ਜਨਮ ਤਾਂ ਸਵਾਰ ਲਵੇਂ ਨਾ। ਔਰਤ ਮੂੰਹੋਂ ਤਾਂ ਕੁਝ ਨਾ ਆਖੀ, ਪਰ ਮਨ ਵਿੱਚ ਬਹੁਤ ਭੈੜੇ ਸੰਕਲਪ ਭਗਤ ਜੀ ਵਿਰੁੱਧ ਕਰਦੀ ਹੋਈ ਘਰ ਨੂੰ ਚਲੇ ਗਈ। ਘਰ ਪੁੱਜ ਕੇ ਵੇਖਿਆ ਕਿ ਉਸ ਦਾ ਪਤੀ ਮੋਇਆ ਪਿਆ ਹੈ। ਉਸੇ ਵੇਲੇ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਮਗਰੇ ਮਗਰ ਭਗਤ ਪੀਪਾ ਜੀ ਵੀ ਪੁੱਜ ਗਏ। ਰੋਂਦੀ ਵੇਖ ਕੇ ਆਖਣ ਲੱਗੇ, ਤੈਨੂੰ ਆਖਿਆ ਸੀ ਕਿ ਤੂੰ ਰਾਮ ਨਾਮ ਜਪ, ਪਰ ਤੂੰ ਸੁੰਦਰਤਾ ਦੇ ਹੰਕਾਰ ਵਿੱਚ ਰਾਮ ਨਾਮ ਜਪਣ ਨੂੰ ਵਿਧਵਾਵਾਂ ਦਾ ਕੰਮ ਦੱਸਿਆ। ਅਜੇ ਵੀ ਸਮਾਂ ਹੈ। ਮਾਣ ਹੱਟ ਤਿਆਗ ਕੇ ਰਾਮ ਨਾਮ ਦਾ ਪੱਲਾ ਫੜ, ਪਰਮੇਸ਼ਰ ਦਾ ਨਾਮ ਜਪ, ਤੇਰਾ ਪਤੀ ਜਿਉਂਦਾ ਹੋ ਸਕਦਾ ਹੈ। ਤੇਲੀ ਦੀ ਪਤਨੀ ਦੇ ਅੰਦਰੋਂ ਸਰੀਰਕ ਸੁੰਦਰਤਾ ਦਾ ਮਾਣ ਟੁੱਟ ਚੁੱਕਾ ਸੀ। ਉਹ ਭਗਤ ਜੀ ਦੇ ਚਰਨਾਂ ਤੇ ਢਹਿ ਪਈ ਤੇ ਬੇਨਤੀ ਕੀਤੀ, ਭਗਤ ਜੀ, ਜਿਵੇਂ ਵੀ ਤੁਸੀਂ ਹੁਕਮ ਕਰੋ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ, ਪਰ ਮੇਰਾ ਪਤੀ ਜਿਉਂਦਾ ਹੋ ਜਾਏ। ਭਗਤ ਜੀ ਨੇ ਪ੍ਰਭੂ ਪਰਮੇਸ਼ਰ ਦਾ ਕੀਰਤਨ ਆਰੰਭ ਕਰ ਦਿੱਤਾ ਅਤੇ ਤੇਲੀ ਦੀ ਪਤਨੀ ਵੀ ਬੇਨਤੀਆਂ ਕਰਨ ਲੱਗੀ। ਕੁਝ ਸਮੇਂ ਵਿੱਚ ਹੀ ਤੇਲੀ ਉੱਠ ਕੇ ਬੈਠ ਗਿਆ। ਤੇਲੀ ਦੀ ਪਤਨੀ ਭਗਤ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਨ ਲੱਗੀ ਅਤੇ ਬੇਨਤੀਆਂ ਕਰਨ ਲੱਗੀ ਕਿ ਮੈਨੂੰ ਅਤੇ ਮੇਰੇ ਪਤੀ ਨੂੰ ਰਾਮ ਨਾਮ ਦੀ ਦਾਤ ਦੇਣ ਲਈ ਦੀਖਿਆ ਬਖਸ਼ੋ, ਤਾਂ ਜੋ ਬਾਕੀ ਜ਼ਿੰਦਗੀ ਪ੍ਰਭੂ ਜੀ ਦੇ ਗੁਣ ਗਾਉਂਦਿਆਂ ਹੀ ਬਤੀਤ ਹੋਵੇ। ਭਗਤ ਜੀ ਨੇ ਕਿਰਪਾ ਕੀਤੀ, ਦੋਵਾਂ ਨੂੰ ਰਾਮ ਨਾਮ ਜਪਣ ਦੀ ਕਾਰ ਵੱਲ ਲਾ ਦਿੱਤਾ। ਇੱਕ ਰਾਜੇ ਨੇ ਭਗਤ ਪੀਪਾ ਜੀ ਨੂੰ ਸ਼ਰਧਾ ਪਿਆਰ ਨਾਲ ਇੱਕ ਗੱਡੀ ਧਨ ਹੀਰੇ ਜਵਾਹਰਾਤਾਂ ਦੀ ਭਰ ਕੇ ਤੇ ਇੱਕ ਬਾਂਸਲੀ ਭਰ ਕੇ ਭੇਟਾ ਕੀਤੀ। ਸਭ ਸਮੱਗਰੀ ਲੈ ਕੇ ਭਗਤ ਜੀ ਉਸ ਰਾਜੇ ਪਾਸੋਂ ਵਿਦਾ ਹੋ ਗਏ। ਰਸਤਾ ਜੰਗਲ ਦਾ ਸੀ। ਡਾਕੂਆਂ ਨੇ ਧਨ ਦੀ ਗੱਡੀ ਭਗਤ ਜੀ ਪਾਸੋਂ ਖੋਹ ਲਈ। ਭਗਤ ਜੀ ਨੇ ਲੱਕ ਦੁਆਲਿਓਂ ਬਾਂਸਲੀ ਵੀ ਖੋਲੀ ਅਤੇ ਆਖਿਆ ਕਿ ਆਹ ਹੋਰ ਧਨ ਵੀ ਮੇਰੇ ਪਾਸ ਹੈ, ਸੋ ਇਹ ਵੀ ਤੁਸੀਂ ਲੈ ਲਵੋ। ਇਸ ਘਟਨਾ ਨਾਲ ਚੋਰ ਸੋਚਣ ਲੱਗੇ ਕਿ ਭਗਤਾਂ ਨੂੰ ਧਨ ਦੀ ਲੋੜ ਹੀ ਨਹੀਂ, ਇਹ ਖੁਸ਼ੀ ਨਾਲ ਧਨ ਸਾਡੇ ਹੱਥ ਫੜਾ ਰਹੇ ਹਨ। ਪਰ ਅਸੀਂ ਕਿੰਨੇ ਦੁਸ਼ਟ ਹਾਂ ਜਿਹੜੇ ਲੋਕਾਂ ਦਾ ਧਨ ਲੁੱਟ ਕੇ ਪਾਪਾਂ ਦੀ ਪੰਡ ਉਠਾਈ ਨਰਕਾਂ ਦੇ ਭਾਗੀ ਬਣੀ ਜਾ ਰਹੇ ਹਾਂ। ਇਹਨਾਂ ਵਿਚਾਰਾਂ ਵਿੱਚ ਉਹਨਾਂ ਦਾ ਮਨ ਭਗਤ ਜੀ ਦੀ ਮਿਹਰ ਨਾਲ ਬਦਲਣਾ ਆਰੰਭ ਹੋਇਆ। ਚੋਰਾਂ ਨੇ ਆਪਣੀ ਭੁੱਲ ਦੀ ਖਿਮਾ ਮੰਗੀ ਅਤੇ ਸਾਰਾ ਧਨ ਵਾਪਸ ਦੇ ਦਿੱਤਾ। ਭਗਤ ਪੀਪਾ ਜੀ ਪਾਸੋਂ ਦੀਖਿਆ ਪ੍ਰਾਪਤ ਕਰਕੇ ਉਹ ਵੀ ਪ੍ਰਭੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਗਏ। ਇੱਕ ਦਿਨ ਇੱਕ ਚੋਰ ਭਗਤ ਪੀਪਾ ਜੀ ਦੀ ਮੱਝ ਖੋਲ ਕੇ ਲੈ ਗਿਆ। ਪਿੱਛੇ 2 ਮੱਝਾਂ ਰਹਿੰਦੀਆਂ ਸਨ। ਭਗਤ ਜੀ ਨੇ ਦੋਵੇਂ ਮੱਝਾਂ ਖੋਲੀਆਂ ਤੇ ਚੋਰ ਦੇ ਪਿੱਛੇ ਆਵਾਜ਼ਾਂ ਮਾਰਦੇ ਦੌੜੇ ਹੋਏ ਆਖਣ ਲੱਗੇ, ਭਲਿਆ ਇਹ ਮੱਝ ਥੋੜਾ ਦੁੱਧ ਦਿੰਦੀ ਹੈ, ਆ ਜੋ ਮੇਰੇ ਪਾਸ ਮੱਝਾਂ ਹਨ ਇਹ ਜ਼ਿਆਦਾ ਦੁੱਧ ਦਿੰਦੀਆਂ ਹਨ, ਇਹਨਾਂ ਨੂੰ ਵੀ ਲੈ ਜਾ। ਭਗਤ ਜੀ ਦੀ ਪਵਿੱਤਰ ਰਸਨਾ ਤੋਂ ਨਿਕਲੇ ਸ਼ਬਦਾਂ ਨੇ ਚੋਰ ਦੇ ਮਨ ਨੂੰ ਪਲਟਾ ਦਿੱਤਾ। ਚਰਨੀ ਪੈ ਗਿਆ। ਮੱਝ ਵਾਪਸ ਮੋੜੀ, ਭੁੱਲ ਦੀ ਮੁਆਫੀ ਮੰਗੀ ਅਤੇ ਭਗਤ ਜੀ ਦਾ ਸ਼ਿਸ਼ ਬਣ ਗਿਆ। ਭਗਤ ਪੀਪਾ ਜੀ ਦੀਆਂ ਅਨੇਕਾਂ ਹੋਰ ਸਾਖੀਆਂ ਹਨ। ਲਿਖਦਿਆਂ ਵਿਸਥਾਰ ਕਾਫੀ ਹੋ ਜਾਵੇਗਾ। ਕੁਝ ਕੁ ਸਾਖੀਆਂ ਦਾ ਵਰਣਨ ਹੀ ਇੱਥੇ ਕੀਤਾ ਹੈ। ਆਪਾਂ ਵੀ ਭਗਤ ਜੀ ਦੇ ਜੀਵਨ ਤੋਂ ਪ੍ਰੇਰਣਾ ਲਈਏ ਤਾਂ ਜੋ ਸਭ ਦੁਨਿਆਵੀ ਆਸਰੇ ਤਿਆਗ ਕੇ ਪਤਿਤ ਪਾਵਨ ਪ੍ਰਭੂ ਜੀ ਦੀ ਸ਼ਰਨ ਪ੍ਰਾਪਤ ਕਰ ਸਕੀਏ। ਅਤੇ हे ਮੇਰੇ ਮਨ ਪ੍ਰੇਮਾ ਭਗਤੀ ਕਰ, ਤਾਂ ਜੋ ਤੇਰੀ ਵੀ ਹਰ ਪ੍ਰਕਾਰ ਦੀ ਇੱਛਾ ਪ੍ਰਭੂ ਜੀ ਪੂਰੀ ਕਰਨਗੇ ਅਤੇ ਪਰਮੇਸ਼ਰ ਜੀ ਦੇ ਨਾਮ ਨਾਲ ਜੁੜਨ ਸਦਕਾ ਤੇਰਾ ਜੀਵਨ ਸਫਲ ਹੋ ਜਾਵੇਗਾ।